Hello everyone, welcome to the Punjab Pulse. Settling abroad in countries like Canada or Australia has been a strong, prevalent dream of many Punjabis, and they're not afraid to use any or all means to achieve this. One of these means is a marriage with someone who already holds a PR or is a citizen of that country. This has given rise to an alarming trend of marriages of conveniences. So, what are these marriages of conveniences? These marriages of conveniences are often entered into with agreement that once a couple reaches Canada and the paperwork is completed, both individuals become a PR, divorce is applied for, and both parties go on their separate ways. Such marriages have also come to be known as paper marriages or contract marriages. Exploiting this craze of Punjabi men to settle abroad, many girls and their families have found a way to milk insane amounts of money from men and their families. According to the report in some newspapers, nearly 3,600 Punjabi men have lost 150 crore in the past 5 years due to such scams. Today, I have with me prominent members of society who will share their thoughts about the dangerous and alarming trend of contract marriages and how girls are cheating boys to settle abroad and its effect on our society. With us today are Colonel Retired Jaiban Singh, a prominent journalist and security analyst, Dr. Simrit Kalo. Dr. Kalo is a well-known academician from Punjab University, Sardar Iqbal Singh Lalpura, prominent Sikh leader and from Punjab and a national spokesperson of BJP. ਸਤਿ ਸ਼੍ਰੀ ਅਕਾਲ। ਪਿੱਛੇ ਜੇ ਇਹ ਖਬਰ ਆਈ ਹੈ ਪੇਪਰਸ ਦੇ ਵਿੱਚ ਕਿ ਅਬਾਊਟ 42 ਕੇਸਿਸ ਸਾਹਮਣੇ ਆਏ ਨੇ ਜਿੱਥੇ ਕਿ ਪੰਜਾਬ ਦੇ ਨੌਜਵਾਨ ਮੁੰਡਿਆਂ ਤੇ ਉਹਨਾਂ ਪਰਿਵਾਰਾਂ ਨੇ ਉਹਨਾਂ ਮੁੰਡਿਆਂ ਨੂੰ ਬਾਹਰ ਭੇਜਣ ਵਾਸਤੇ ਬਾਹਰ ਦੀਆਂ ਲੜਕੀਆਂ ਨੂੰ ਪੈਸੇ ਦਿੱਤੇ ਤੇ ਉਹਨਾਂ ਨੂੰ ਲੜਕੀਆਂ ਨੇ ਧੋਖਾ ਦੇ ਦਿੱਤਾ। ਮਾਈਗ੍ਰੇਸ਼ਨ ਤੇ ਪੰਜਾਬ ਤੋਂ ਬਹੁਤ ਦੇਰ ਤੋਂ ਚੱਲ ਰਹੀ ਹੈ ਪਰ ਇਸ ਤਰੀਕੇ ਨਾਲ ਪੂਰੇ ਖਾਨਦਾਨ ਜਿਹੜੇ ਬਰਬਾਦ ਹੋ ਰਹੇ ਨੇ ਇਹ ਮਾਈਗ੍ਰੇਸ਼ਨ ਨੂੰ ਵੀ ਇੱਕ ਨਵਾਂ ਐਲੀਮੈਂਟ ਦੇ ਦਿੰਦੀ ਹੈ, ਇੱਕ ਨਵਾਂ ਮੋੜ ਦੇ ਦਿੰਦੀ ਹੈ। ਇਹਦੇ ਬਾਰੇ ਕੁਛ ਨਾ ਕੁਛ ਕਰਨਾ, ਇਹਦੇ ਬਾਰੇ ਰਲ ਮਿਲ ਕੇ ਕੁਛ ਨਾ ਕੁਛ ਕਰਨਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨੂੰ ਸਾਨੂੰ ਪੋਲਿਟਿਕਸ ਕੋਲੋਂ ਉੱਤੇ ਦੇਖਣਾ ਪਏਗਾ। ਸੋ ਇਹਦੇ ਵਿੱਚ ਸਾਰੀ ਪ੍ਰੋਬਲਮ ਕਿੱਥੇ ਖੜੀ ਹੈ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ ਜਿਹੜੀ ਪ੍ਰੋਬਲਮ ਹੈ ਉਹ ਹੈ ਇੰਪਲੋਇਮੈਂਟ ਦੀ। ਪੰਜਾਬ ਦੇ ਬੱਚਿਆਂ ਦੇ ਵਾਸਤੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈ। ਉਹਨਾਂ ਵਾਸਤੇ ਗਵਰਨਮੈਂਟ ਦੇ ਵਿੱਚ ਕੰਮ ਨਹੀਂ, ਉਹਨਾਂ ਵਾਸਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਕੰਮ ਨਹੀਂ। ਇੱਥੇ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਕਿਉਂਕਿ ਇੱਥੋਂ ਦੀ এনवायरमेंट ਬੜੀ ਅਨਸਟੇਬਲ ਹੈ ਤੇ ਐਂਟਰਪ੍ਰੀਨਿਓਰਸ਼ਿਪ ਦਾ ਤਾਂ ਕੋਈ ਨਾਂ ਹੀ ਹੈ ਨਹੀਂ। ਇੱਥੇ ਬੱਚਿਆਂ ਦੇ ਵਿੱਚੋਂ ਕੌਨਫੀਡੈਂਸ ਹੀ ਨਹੀਂ ਹੈ ਕੰਮ ਕਰਨ ਦੀ। ਇਹਦੇ ਇਲਾਵਾ ਇੱਥੇ ਹੋ ਕੀ ਰਿਹਾ? ਇੱਥੇ ਹੋ ਰਿਹਾ ਡਰੱਗ ਅਬਿਊਜ਼, ਬਹੁਤ ਜ਼ਿਆਦਾ ਡਰੱਗ ਅਬਿਊਜ਼ ਹੈ ਇੱਥੇ। ਜਿਹੜੇ ਬੱਚੇ ਨੇ ਉਹ ਆਪਣੇ ਹਾਲਾਤ ਨੂੰ ਦੇਖ ਕੇ ਫਰਸਟ੍ਰੇਟ ਹੋ ਕੇ ਡਰੱਗਸ ਦੇ ਵੱਲ ਚਲੇ ਜਾਂਦੇ ਨੇ ਤੇ ਪੇਰੈਂਟਸ ਉਹਦੇ ਇਲਾਵਾ ਇੱਥੇ ਕਰਪਸ਼ਨ ਬਹੁਤ ਹੈ। ਕਰਪਸ਼ਨ ਦੇ ਕਾਰਨ ਬੱਚਿਆਂ ਦਾ ਜਿਹੜਾ ਮਾਈਂਡਸੈਟ ਹੈ ਉਹ ਬਹੁਤ ਚੇਂਜ ਹੋ ਜਾਂਦਾ ਹੈ। ਉਹ ਕਹਿੰਦੇ ਨੇ ਅੱਜ ਕੱਲ੍ਹ ਦੇ ਨਵੇਂ ਬੱਚੇ ਨੇ ਉਹ ਕਹਿੰਦੇ ਨੇ ਕਿ ਅਸੀਂ ਐਡੀ ਕਰਪਟ ਸੁਸਾਇਟੀ ਤੇ ਐਡੀ ਡਿਸੀਵਿੰਗ ਸੁਸਾਇਟੀ ਦੇ ਵਿੱਚ ਰਹੀਏ ਕਿਉਂ, ਅਸੀਂ ਆਪਣੀ ਜ਼ਿੰਦਗੀ ਐਸੀ ਸੁਸਾਇਟੀ 'ਚ ਕਿਉਂ ਖਰਾਬ ਕਰੀਏ। ਤੇ ਪੁਲਿਸ ਤੇ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਉਹ ਵੀ ਬਹੁਤ ਕਮਜ਼ੋਰ ਹੈ। ਇੱਥੇ ਪੁਲਿਸ ਦੀ ਹਾਈ ਹੈਂਡਡਨੈਸ ਬਹੁਤ ਜ਼ਿਆਦਾ ਹੈ ਜਿਹਦੇ ਕਾਰਨ ਕਿ ਇਨਸਿਕਿਉਰਿਟੀ ਤੇ ਫੇਅਰ ਬਹੁਤ ਜ਼ਿਆਦਾ ਹੈ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿ ਬੱਚੇ ਡਰੱਗਸ ਦੇ ਵਿੱਚ ਨਾ ਪੈਣ, ਬੱਚਿਆਂ ਦੀ ਕੋਈ ਜ਼ਿੰਦਗੀ ਬਣ ਜਾਏ, ਪੇਰੈਂਟਸ ਇਹ ਸੋਚਦੇ ਨੇ ਕਿ 12ਵੀਂ ਜਮਾਤ ਦੇ ਬਾਅਦ ਵੀ ਜੋ ਮਰਜ਼ੀ ਹੋਏ ਕਿਸੇ ਤਰ੍ਹਾਂ ਨਾਲ ਪੈਸੇ ਇਕੱਠੇ ਕਰੋ ਤੇ ਬੱਚਿਆਂ ਨੂੰ ਬਾਹਰ ਭੇਜ ਦਿਓ। ਘੱਟ ਤੋਂ ਘੱਟ ਉਹ ਬਚ ਤੇ ਜਾਣਗੇ, ਉਹਨਾਂ ਦੀ ਸਿਕਿਉਰਿਟੀ ਹੋਏਗੀ ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਉੱਥੇ ਉਹ ਜ਼ਿੰਦਗੀ ਬਣਾ ਲੈਣਗੇ। ਇਹ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈ, ਕਾਫੀ ਦੇਰ ਦੀ ਹੈ, ਪਰ ਹੁਣ ਪਿੱਛੇ ਜੇ ਕਿਉਂਕਿ ਪੰਜਾਬ ਦੀ ਹਾਲਾਤ ਜਿਹੜੇ ਨੇ ਉਹ ਵਿਗੜਦੇ ਜਾ ਰਹੇ ਨੇ, ਇਹ ਪ੍ਰੋਬਲਮ ਜਿਹੜੀ ਹੈ ਵੱਧ ਗਈ ਹੋਈ ਹੈ। ਸੋ ਸਾਨੂੰ ਸਾਰਿਆਂ ਨੂੰ ਇਸ ਪ੍ਰੋਬਲਮ ਨੂੰ ਸਾਹਮਣੇ ਤੋਂ ਫੇਸ ਕਰਨਾ ਪਏਗਾ ਤੇ ਸਾਹਮਣੇ ਤੋਂ ਫੇਸ ਕਰਨ ਦਾ ਸਿਰਫ ਇੱਕੋ ਤਰੀਕਾ ਹੈ ਕਿ ਜਿਹੜੀ এনवायरमेंट ਹੈ ਅਸੀਂ ਉਹਨੂੰ ਕੰਡਿਊਸਿਵ ਕਰੀਏ, ਉਹਨੂੰ ਐਸਾ ਕਰੀਏ, ਇੱਥੇ ਸਿਕਿਉਰਿਟੀ ਦਈਏ, ਇੱਥੇ ਜੌਬਸ ਲੈ ਕੇ ਆਈਏ ਤੇ ਜੌਬ ਸਿਕਿਉਰਿਟੀ ਦੇਣਾ ਸਭ ਤੋਂ ਵੱਡਾ ਕੰਮ ਹੈ ਗਵਰਨਮੈਂਟ ਦਾ। ਅਸੀਂ ਰਲ ਮਿਲ ਕੇ ਵੀ ਕਰ ਸਕਦੇ ਹਾਂ। ਜਿਹੜੇ ਸਾਡੇ NRIs ਬਾਹਰ ਨੇ ਉਹ ਬਿਨਾਂ ਵਜ੍ਹਾ ਤੇ ਖਾਲਿਸਤਾਨ ਤੇ ਐਸੇ ਮੁੱਦੇ ਉਠਾਉਣ ਦੀ ਜਗ੍ਹਾ ਅਗਰ ਉਹ ਇੱਥੋਂ ਤੇ ਇੱਥੇ ਬੱਚਿਆਂ ਨੂੰ ਵਸਾਉਣ ਦੀ ਕੋਸ਼ਿਸ਼ ਕਰਨ, ਇੱਥੇ ਇਨਵੈਸਟਮੈਂਟ ਕਰਨ ਉਹਨਾਂ ਦੇ ਵਾਸਤੇ ਤੇ ਉਹ ਜ਼ਿਆਦਾ ਬੈਟਰ ਹੋਏਗਾ।
ਪਰ ਉਹ ਪੈਸੇ ਜਿਹੜੇ ਨੇ ਉਹ ਨੈਗੇਟਿਵ ਚੀਜ਼ਾਂ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ ਦੇਤਾ, ਖਾਲਿਸਤਾਨ ਦੇ ਵੱਲ ਚਲੇ ਗਏ। ਪੋਜ਼ਿਟਿਵ ਚੀਜ਼ਾਂ ਦੇ ਵੱਲ, ਬੱਚਿਆਂ ਨੂੰ ਸੈਟਲ ਹੋਣ ਵਾਸਤੇ ਤੇ ਪੰਜਾਬ ਦੀ ਮਦਦ ਕਰਨ ਵਾਸਤੇ ਪੈਸੇ ਨਹੀਂ ਦਿੰਦੇ। ਅਸੀਂ ਅਗਰ ਇੱਥੇ এনवायरमेंट ਕ੍ਰੀਏਟ ਕੀਤੀ, ਉਹਦੇ ਬਾਅਦ ਸਾਨੂੰ ਬੱਚਿਆਂ ਨੂੰ ਰੀਚ ਆਊਟ ਕਰਨਾ ਪਏਗਾ, ਉਹਨਾਂ ਨੂੰ ਇਹ ਸਮਝਾਉਣਾ ਪਏਗਾ ਕਿ ਇੱਥੇ ਵੀ ਜ਼ਿੰਦਗੀ ਓਡੀ ਚੰਗੀ ਹੋ ਸਕਦੀ ਹੈ ਜਿੱਡੀ ਜ਼ਿੰਦਗੀ ਬਾਹਰ ਚੰਗੀ ਹੈ। ਇਹ ਕੋਈ ਆਸਾਨ ਕੰਮ ਨਹੀਂ ਹੈ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ, ਰਲ ਮਿਲ ਕੇ ਕੰਮ ਕਰਨਾ ਪਏਗਾ। ਵੱਡੇ ਬਜ਼ੁਰਗ, ਰੋਲ ਮਾਡਲਸ, ਕਮਿਊਨਿਟੀ ਲੀਡਰਸ, ਸਿਵਲ ਸੁਸਾਇਟੀ, ਅਸੀਂ ਇਕੱਠੇ ਮਿਲ ਕੇ ਕਨਵਿੰਸ ਕਰਾਂਗੇ, ਫੇਰ ਹੀ ਗੱਲ ਬਣੇਗੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਅਸੀਂ ਇਹ ਐਕਸ਼ਨ ਹੁਣੇ ਹੀ ਨਾ ਲੈਣੇ ਸ਼ੁਰੂ ਕੀਤੇ ਤੇ ਉਹ ਟਾਈਮ ਆ ਜਾਏਗਾ ਜਦੋਂ ਸਾਡਾ ਪੂਰਾ ਵਜੂਦ, ਪੰਜਾਬ ਦੀ ਜਿਹੜੀ ਆਇਡੈਂਟੀਟੀ ਹੈ, ਪੰਜਾਬ ਦਾ ਕਲਚਰ ਹੈ, ਪੰਜਾਬ ਦੇ ਰਿਲੀਜਨ ਹੈ, ਸਾਡੀ ਡਾਇਵਰਸਿਟੀ ਹੈਗੀ ਹੈ, ਸਾਡੀ ਏਡੀ ਪ੍ਰਾਊਡ ਸਾਡਾ ਹਿਸਟਰੀ ਹੈ, ਉਹ ਸਭ ਬਰਬਾਦ ਹੋ ਜਾਏਗੀ। ਮੈਂ ਇਹੋ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਟਾਈਮ ਆ ਗਿਆ ਹੈ ਜਦੋਂ ਕਿ ਸਾਨੂੰ ਇਹਦੇ ਉੱਤੇ ਫਰਮ ਐਕਸ਼ਨ ਲੈਣਾ ਪਏਗਾ ਤੇ ਸਾਰਿਆਂ ਨੂੰ ਪੋਲਿਟਿਕਸ ਦੇ ਉੱਤੇ ਜਾ ਕੇ ਇਸ ਗੱਲ ਦੇ ਉੱਤੇ ਐਕਸ਼ਨ ਲੈਣਾ ਪਏਗਾ। ਇਹੋ ਕਹਿ ਕੇ मैं ये गुजारिश करना कि चलो सब इकट्ठे मिलिए ते अपने पंजाब नूं बचाइए। वाहिगुरू जी का खालसा, श्री वाहिगुरू जी की फतेह। जो चीजें हो रही हैं, मैं बिल्कुल मानती हूँ कि ये गलत है। ये एथिकल लेवल पे अगर हम देखें तो ये गलत है, क्योंकि जब आपने किसी से वादा किया है, जब आपने किसी से शादी की है और ये अंडरस्टैंडिंग के साथ शादी की है कि मैं उधर जाऊंगी, आप मुझे वहां भेजेंगे, तो फिर मैं लड़के को या परिवार को भी वहां पे बुलाऊंगी। तो अगर लड़की इस वादे से मुकरती है तो ये बहुत गलत बात है, इसमें तो कोई दो राय हो ही नहीं सकती। ये उतनी ही गलत है जितनी कि कई बारी कुछ एनआरआई ब्राइड्स, कुछ साल पहले हम ये सुना करते थे कि कई एनआरआई ब्राइड्स हैं, एनआरआई लड़के बाहर से आते हैं, यहाँ पे लड़कियों से शादी करते हैं और उन्हें धोखा दे के और कईयों को प्रेग्नेंट छोड़ के वो यहाँ से चले जाते हैं, फिर उन्हें वहां पे बुलाते नहीं, उनसे बातचीत करनी बंद कर देते हैं। अब ये हुआ है कि क्योंकि वहां जाने का जो जरिया है वो लड़के की बजाय लड़की बन गई है, तो अब लड़की यही बात जो है, यही पैंतरा जो है वो लड़की अडॉप्ट कर रही है। अब एक नया ट्रेंड विदेश जाने का बना है, उसमें कोई भी लड़का या लड़की जो 10+2 करता है और अब तो 10th पास करने के बाद भी वो भारत को छोड़ के, पंजाब को छोड़ के विदेश में जाके एजुकेशन हासिल करना और नौकरी प्राप्त करना उसको अपना लक्ष्य, अपना मतलब मंतव्य, अपना जो है जीवन का आदर्श समझता है। तो ऐसे माहौल में अब एक नया सामाजिक समस्या भी इसके साथ आई है। वो समस्या ये है कि कुछ लड़के वहां लड़कियों को यहाँ रह के उनको से शारीरिक संबंध बना के शेम मैरिज करके उनको वहां ले जाते हैं और वहां जाके उन बेचारी को छोड़ देते हैं, जिसमें बिल्कुल भी उनका जीवन जो असुरक्षित हो जाता है। ना तो वो वापस आ रह सकती हैं, ना वहां उनके पास घर होता है, ना रहने के लिए कोई जगह, ना करने के लिए कोई काम। तो वो उसका जीवन जो है व्यक्ति का खराब हो जाता है। केवल लड़के ही नहीं, अब एक दूसरा ट्रेंड भी है पंजाब में, बहुत सारे जिलों में, जहां लड़की बेची जाती है। ये गुरु नानक की धरती है, इस पे लड़कियां बेचने का काम या दाज दहेज लेने का काम, इन दोनों पे गुरु साहब ने तो कटाक्ष किया, इसकी मनाही की हुई है। तो उस समय जब लड़कियां, अब ये अजीब किस्म की बात है कि कनाडा, अमेरिका और इंग्लैंड में सेटल होने के लिए लड़कियां जो हैं, लड़के अपनी जमीन जायदाद बेच के पैसे लड़कियों को दे देते हैं और वो लड़कियां शेम मैरिज करती हैं। शेम मैरिज करके वो उनको विदेश ले जाती हैं और कई बार तो ऐसा होता है कि विदेश वापस पहुंचने के बाद वो उनसे संपर्क भी नहीं करती। इस प्रकार की स्थिति में
जहां बहुत सारे लोग पंजाब से निकल के बाहर जाना चाहते हैं और ये रास्ता अडॉप्ट किया जा रहा है, तो इसको सेफ कैसे किया जाए। जो लड़की रिश्ता करती है, पैसे लेती है, वो लड़के को किस तरह उसको संभाले, या वो लड़का जो रिश्ता करता है और लड़की को नहीं संभालता, उसका क्या करे। ये दोनों चीजें बहुत चिंता का विषय है। ये एक सामाजिक कुरीति नहीं, अपराध है। मैं समझता हूं भारत की सरकार को विदेशों से बात करके ऐसे कानून बनाने चाहिए जिससे कोई भी लड़का या लड़की उसके साथ ठगी ना हो सके, उसकी जायदाद ना हड़प की जा सके और उसके साथ धोखा ना हो। इसको केवल कानून बना करके पुलिस की सहायता या सरकार की एजेंसियों की सहायता से ही बंद किया जा सकता है। तो ये सबसे जरूरी चीज है जिसके लिए सामाजिक सोशल बैलेंस बनाने के लिए, समाज में कुरीतियां दूर करने के लिए एक कानून बनाने की अति आवश्यकता है। धन्यवाद। वाहिगुरु जी का खालसा, वाहिगुरु जी की फतेह।